जी आयां नूं प्यारे विद्यार्थियों, पंजाब स्टेट एजुकेशन बोर्ड दी अंग्रेजी दी किताब दा 8वीं जमात दी अंग्रेजी दी किताब दा लैसन नंबर 2 दी अर्थ नीड्स यू ਉਸ ਦੀ ਐਕਟੀਵਿਟੀ ਨੰਬਰ 3 ਸਿਰਲੇਖ ਹੈਗਾ ਵੋਕੈਬੂਲਰੀ ਐਕਸਪੈਂਸ਼ਨ ਅਰਥਾਤ ਸ਼ਬਦਾਂ ਦੇ ਭੰਡਾਰ ਵਿੱਚ ਵਾਧਾ। ਸੋ ਆਓ ਇਸ ਐਕਟੀਵਿਟੀ ਨੂੰ ਕਰੀਏ। ਸੋ ਐਕਟੀਵਿਟੀ ਨੰਬਰ 3 ਕਹਿੰਦੀ ਹੈ ਬੱਚਿਓ, ਚੂਜ਼ ਐਨੀ 10 ਵਰਡਸ ਫਰੋਮ ਦੀ ਟੇਬਲ ਅਬਵ। ਅਰਥਾਤ ਤੁਹਾਡੀ ਕਿਤਾਬ ਵਿੱਚ ਐਕਟੀਵਿਟੀ 3 ਦੇ ਉੱਪਰ ਬੱਚਿਓ ਇੱਕ ਟੇਬਲ ਦਿੱਤਾ ਹੈ, ਉਹ 'ਚ 20 ਸ਼ਬਦ ਨੇ। ਉਹਨੂੰ ਅਸੀਂ ਕਹਿੰਦੇ ਹਾਂ ਵਨ ਵਰਡ ਸਬਸਟੀਟਿਊਸ਼ਨ, ਮਤਲਬ ਸੈਂਟੈਂਸਿਸ ਹੈਗੇ ਨੇ ਤੇ ਉਹਦੀ ਜਗ੍ਹਾ ਪੂਰੀ ਸੈਂਟੈਂਸ ਦੀ ਜਗ੍ਹਾ ਇੱਕ ਇੱਕ ਸ਼ਬਦ ਦਿੱਤਾ ਹੈ ਤੇ ਇੱਦਾਂ ਦੇ 20 ਸੈਂਟੈਂਸ ਨੇ ਤੇ 20 ਸ਼ਬਦ ਨੇ। ਕਹਿੰਦੇ ਉਹਨਾਂ 'ਚੋਂ ਕੋਈ ਵੀ 10 ਚੁਣੋ ਐਂਡ ਰਾਈਟ देयर मीनिंगफुल ਸੈਂਟੈਂਸਿਸ ਇਨ ਯੂਅਰ ਨੋਟਬੁੱਕ। ਤੇ ਉਹਨਾਂ ਸ਼ਬਦਾਂ ਤੋਂ 10 ਅਰਥਪੂਰਨ 10 ਸ਼ਬਦ ਲੈ ਕੇ ਉਹਨਾਂ ਦੇ ਅਰਥਪੂਰਨ ਵਾਕ ਬਣਾਓ। ਸੋ ਬੱਚਿਓ, ਮੈਂ 20 ਦੇ 20 ਸ਼ਬਦਾਂ ਦੇ ਵਾਕ ਤੁਹਾਡੇ ਲਈ ਬਣਾ ਦਿੱਤੇ ਨੇ। ਮੈਂ ਕਿਹਾ 10 ਕਿਉਂ ਕਰਨੇ ਸੀ, 20 ਦੇ 20 ਕਰਦੇ ਹਾਂ ਹਨਾ। ਸੋ ਗਿਆਨ ਜਿੰਨਾ ਜ਼ਿਆਦਾ ਲਿਆ ਜਾਵੇ ਉਨਾ ਹੀ ਵਧੀਆ। ਤੇ ਤੁਸੀਂ ਇੱਧਰੋਂ ਦੀ ਆਈਡੀਆ ਲੈ ਕੇ ਆਪਣੇ ਵੱਲੋਂ ਵੀ ਸੈਂਟੈਂਸ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਸੋ ਆਓ ਅੱਗੇ ਵਧੀਏ। ਤੇ ਮੈਂ ਅੱਗੇ ਵਧਣ ਤੋਂ ਪਹਿਲੇ ਦੱਸ ਦਵਾਂ ਕਿ ਤੁਹਾਡੀ 8ਵੀਂ ਜਮਾਤ ਦੇ ਨਾਲ ਹੀ ਸੰਬੰਧਿਤ 3 ਪਲੇਲਿਸਟਾਂ ਹੋ ਰਹੀਆਂ ਇਸੇ ਚੈਨਲ ਤੇ। 8th ਮੈਥ, ਦੂਜੀ ਹੈਗੀ 8th ਮੈਥ ਨੋਟਸ ਤੇ ਤੀਜੀ ਹੈਗੀ 8th ਸਾਇੰਸ। ਸੋ ਮੈਥ ਔਰ ਸਾਇੰਸ ਦੀਆਂ ਲੋੜਾਂ ਵੀ ਤੁਹਾਡੀਆਂ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ। ਸੋ ਦੇਖੀਏ, ਪਹਿਲਾ ਸੈਂਟੈਂਸ ਹੈ ਬੱਚਿਓ ਐਪੀਡੈਮਿਕ। ਐਪੀਡੈਮਿਕ ਹੁੰਦਾ ਬੱਚਿਓ ਜਦੋਂ ਕੋਈ ਬਿਮਾਰੀ ਇੱਕ ਖੇਤਰ ਵਿੱਚ, ਇੱਕ ਜ਼ਿਲ੍ਹੇ ਵਿੱਚ, ਇੱਕ ਕਹਿ ਲਓ ਇੱਕ ਪਿੰਡ ਵਿੱਚ, ਸ਼ਹਿਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਇੱਕੋ ਦਮ ਹੋ ਜਾਏ, ਇਕੱਠੇ ਸਾਰਿਆਂ ਨੂੰ ਹੋ ਜਾਏ, ਤਦ ਅਸੀਂ ਕਹਿੰਦੇ ਹਾਂ ਐਪੀਡੈਮਿਕ। ਤੇ ਜਦੋਂ ਉਹੀ ਬਿਮਾਰੀ ਪੂਰੀ ਦੁਨੀਆ ਵਿੱਚ ਥਾਂ ਥਾਂ ਤੇ ਫੈਲੇ ਫਿਰ ਅਸੀਂ ਉਹਨੂੰ ਕਹਿੰਦੇ ਪੈਂਡੇਮਿਕ। ਜਿਹਦਾ ਕੋਰੋਨਾ ਪੈਂਡੇਮਿਕ, ਇਹ ਜਿਹੜਾ ਕੋਵਿਡ ਪੈਂਡੇਮਿਕ ਹੈਗਾ, ਜਿਹੜਾ ਕੋਰੋਨਾ ਵਾਇਰਸ ਕਰਕੇ ਫੈਲਿਆ ਹੈ, ਉਹਨੂੰ ਅਸੀਂ ਪੈਂਡੇਮਿਕ ਕਹਿੰਦੇ ਹਾਂ। ਤੇ ਐਪੀਡੈਮਿਕ ਹੁੰਦਾ ਜਿਹੜਾ ਇੱਕ ਖਾਸ ਜ਼ਿਲ੍ਹੇ ਵਿੱਚ ਹੋ ਜਾਏ ਜਾਂ 8-10 ਪਿੰਡ ਹੋਣ, ਛੋਟੇ ਇਲਾਕੇ ਵਿੱਚ ਜਦੋਂ ਬਿਮਾਰੀ ਬਹੁਤ ਵੱਡੀ ਪੱਧਰ ਤੇ ਫੈਲੇ ਅਸੀਂ ਉਹਨੂੰ ਕਹਿੰਦੇ ਹਾਂ ਐਪੀਡੈਮਿਕ। ਸੋ ਇਹਦਾ ਸੈਂਟੈਂਸ ਸਿੱਧਾ ਬਣਿਆ, ਦੀ ਕੋਲਰਾ ਐਪੀਡੈਮਿਕ ਹੈਜ਼ ਬ੍ਰੋਕਨ ਆਊਟ ਇਨ ਦੀ ਏਰੀਆ। ਖੇਤਰ ਵਿੱਚ ਹੈਜੇ ਦੀ ਬਿਮਾਰੀ ਫੈਲ ਗਈ ਹੈ। ਟੂ ਬ੍ਰੇਕ ਆਊਟ ਹੁੰਦਾ ਪ੍ਰਗਟ ਹੋ ਜਾਣਾ, ਅਚਾਨਕ ਫੈਲ ਜਾਣਾ, ਉਹਨੂੰ ਕਹਿੰਦੇ ਬ੍ਰੇਕ ਆਊਟ। ਸੋ ਹੈਜ਼ ਕਰਕੇ ਥਰਡ ਫਾਰਮ ਆਈ ਹੈ, ਹੈਜ਼ ਬ੍ਰੋਕਨ ਆਊਟ। ਅਰਥਾਤ ਖੇਤਰ ਵਿੱਚ ਹੈਜੇ ਦਾ ਫੁਹਾਰਾ, ਅਸੀਂ ਉਹਨੂੰ ਗੁਬਾਰਾ ਕਹਿ ਦਿੰਦੇ ਹਾਂ ਨਾ, ਵੀ ਹੈਜੇ ਦੀ ਬਿਮਾਰੀ ਵੱਡੀ ਪੱਧਰ ਤੇ ਫੈਲ ਗਈ ਹੈ। ਠੀਕ ਹੈ। ਸੋ ਜਿਊਰੀ, ਜਿਊਰੀ ਕੀ ਹੁੰਦਾ ਬੱਚਿਓ? ਜਿਊਰੀ ਹੁੰਦਾ ਹੈ ਉਹ ਸਿਆਣੇ ਕੁਝ ਬੰਦੇ ਚੋਣਵੇਂ ਸਮਾਜ ਚੋਂ ਲੈ ਕੇ ਉਹਨਾਂ ਦਾ ਸਮੂਹ ਹੁੰਦਾ ਹੈ, ਜਿਹੜੇ ਦੋ ਧਿਰਾਂ ਨੂੰ ਸੁਣ ਕੇ ਆਪਣਾ ਫੈਸਲਾ ਦਿੰਦੇ ਨੇ। ਜੱਜਿਸ ਨੂੰ ਵੀ ਕਹਿ ਦਿੰਦੇ, ਜੇ 2 ਜਾਂ 3 ਅਸੀਂ ਕਹਿੰਦੇ ਵੀ ਜਿਊਰੀ ਆਫ 3 ਜੱਜਿਸ ਹਨਾ, ਵੀ 3 ਜੱਜਾਂ ਦਾ ਬੈਂਚ ਹੈਗਾ। ਜਾਂ ਅਸੀਂ ਪੰਚਾਇਤ, ਛੋਟੇ ਲੈਵਲ ਤੇ ਪਿੰਡ ਲੈਵਲ ਤੇ ਅਸੀਂ ਪੰਚਾਇਤ ਕਹਿ ਦਿੰਦੇ ਹਾਂ, ਸੋ ਉਹਨੂੰ ਕਹਿੰਦੇ ਜਿਊਰੀ। ਦੀ ਜਿਊਰੀ ਵਿਲ ਅਨਾਊਂਸ, ਅਨਾਊਂਸ ਮੈਨੇ ਐਲਾਨ ਕਰੇਗੀ, ਐਲਾਨ ਕਰਨਗੇ, ਮਤਲਬ ਜਿਊਰੀ ਮੈਨੇ ਗਰੁੱਪ ਜਿਹੜਾ ਹੈਗਾ, ਦੇਅਰ ਵਰਡਿਕਟ, ਵਰਡਿਕਟ ਹੁੰਦਾ ਫੈਸਲਾ, ਇਨ ਦੀ ਆਫਟਰਨੂਨ, ਦੁਪਹਿਰ ਨੂੰ। ਜਿਹੜੀ ਜਿਊਰੀ ਹੈ ਜਾਂ ਜਿਹੜੇ ਪੰਚ ਨੇ ਜਾਂ ਜੱਜ ਨੇ, ਉਹ ਆਪਣਾ ਫੈਸਲਾ ਦੁਪਹਿਰ ਨੂੰ ਦੇਣਗੇ ਜਾਂ ਦੁਪਹਿਰ ਨੂੰ ਉਹਦਾ ਐਲਾਨ ਕਰਨਗੇ। ਫਿਰ ਆ ਗਿਆ ਡਰਾਅ। ਡਰਾਅ ਦੇ ਹੋਰ ਮਤਲਬ ਵੀ ਹੁੰਦੇ ਨੇ, ਪਰ ਇੱਥੇ ਡਰਾਅ ਦਾ ਮਤਲਬ ਹੈਗਾ ਜਦੋਂ 2 ਟੀਮਾਂ ਵਿੱਚ ਕੋਈ ਖੇਡ ਹੋਵੇ ਤੇ ਕੋਈ ਵੀ ਟੀਮ ਨਾ ਜਿੱਤੇ, ਤੇ ਮਤਲਬ ਕਿ ਕੋਈ ਵੀ ਨਾ ਜਿੱਤੇ ਨਾ ਹਾਰੇ, ਬਰਾਬਰ ਬਰਾਬਰ ਦੇ ਗੋਲ ਹੋਣ, ਬਰਾਬਰ ਬਰਾਬਰ ਦੇ ਰਨ ਹੋਣ, ਫਿਰ ਅਸੀਂ ਕਹਿ ਦਿੰਦੇ ਹਾਂ ਡਰਾਅ ਹੋ ਗਿਆ ਮੈਚ। ਤੇ ਇਹਨੂੰ ਅੰਗਰੇਜ਼ੀ 'ਚ ਬੜਾ ਛੋਟਾ ਸਧਾਰਨ ਸੈਂਟੈਂਸ ਬਣ ਸਕਦਾ ਹੈ, ਦੀ ਮੈਚ ਐਂਡਡ ਇਨ ਅ ਡਰਾਅ। ਅਰਥਾਤ ਜਿਹੜਾ ਮੈਚ ਸੀ, ਮੁਕਾਬਲਾ ਸੀ, ਉਹ ਡਰਾਅ ਵਿੱਚ ਮੁੱਕਿਆ। ਠੀਕ ਹੈ, ਡਰਾਅ ਹੋ ਗਿਆ, ਨਾ ਕੋਈ ਜਿੱਤਿਆ ਤੇ ਨਾ ਕੋਈ ਹਾਰਿਆ। ਮੈਚ ਦੀ ਜਗ੍ਹਾ ਗੇਮ ਵੀ ਲਿਖ ਸਕਦੇ ਹੋ, ਦੀ ਗੇਮ ਐਂਡਡ ਇਨ ਅ ਡਰਾਅ। ਠੀਕ ਹੈ। ਫਿਰ ਆ ਗਿਆ ਬੱਚੋ ਕੈਟਾਲੌਗ। ਕੈਟਾਲੌਗ ਹੁੰਦਾ ਬੱਚੋ ਪੁਸਤਕਾਂ ਦੀ ਸੂਚੀ, ਚਾਹੇ ਲਾਇਬ੍ਰੇਰੀ ਵਿੱਚ ਕੋਈ ਪਈਆਂ ਪੁਸਤਕਾਂ ਦੀ ਸੂਚੀ ਹੈ, ਜਾਂ ਕੋਈ ਦੁਕਾਨਦਾਰ ਹੈਗਾ ਉਹਦੇ ਕੋਲ, ਜਾਂ ਕੋਈ ਪਬਲਿਸ਼ਰ ਹੈਗਾ ਤੇ ਉਹਨਾਂ ਕੋਲ ਸੂਚੀਆਂ ਹੁੰਦੀਆਂ। ਤੇ ਇਹਦਾ ਸੈਂਟੈਂਸ ਬਣਾ ਸਕਦੇ ਹਾਂ ਆਪਾਂ, ਕੁਡ ਯੂ ਪ੍ਰੋਵਾਈਡ ਮੀ, ਕੀ ਤੁਸੀਂ ਮੈਨੂੰ ਦੇ ਸਕਦੇ ਹੋ, ਪ੍ਰੋਵਾਈਡ ਦੇ ਸਕਦੇ ਹੋ, ਵਿਦ ਅ ਕਾਪੀ ਆਫ ਦੀ ਲੇਟੈਸਟ ਕੈਟਾਲੌਗ, ਜਿਹੜੀ ਸਭ ਤੋਂ ਤਾਜ਼ੀ, ਲੇਟੈਸਟ ਤਾਜ਼ੀ ਪੁਸਤਕਾਂ ਦੀ ਸੂਚੀ ਹੈ, ਕੀ ਤੁਸੀਂ ਮੈਨੂੰ ਉਹਦੀ ਇੱਕ ਕਾਪੀ ਦੇ ਸਕਦੇ ਹੋ। ਠੀਕ ਹੈ। ਫਿਰ ਆ ਗਿਆ ਬੱਚੋ ਇਲਿਟਰੇਟ। ਇਹ ਦੇਖੋ ਮੈਂ ਨਾਲ ਨਾਲ ਦੂਜੀ ਗੱਲਾਂ ਵੀ ਦੱਸਦਾ, ਜਿਵੇਂ ਆਈ ਔਰ ਐਲ ਹਟਾ ਦੇਵਾਂ, ਇੱਥੋਂ ਦੀ ਆਈ ਔਰ ਐਲ ਹਟਾ ਦੇਵਾਂ ਤੇ ਬਣ ਜਾਏਗਾ ਲਿਟਰੇਟ। ਲਿਟਰੇਟ ਹੁੰਦਾ ਜਿਹੜਾ ਬੰਦਾ ਪੜ੍ਹਨਾ ਲਿਖਣਾ ਜਾਣਦਾ ਹੈ, ਉਹਨੂੰ ਕਿਹਾ ਜਾਂਦਾ ਲਿਟਰੇਟ। ਤੇ ਜੇ ਲਿਟਰੇਟ ਤੋਂ ਪਹਿਲੇ ਮੈਂ ਆਈ ਐਲ ਲਗਾ ਦੇਵਾਂ ਤੇ ਬਣ ਜਾਏਗਾ ਇਲਿਟਰੇਟ, ਉਹਦਾ ਵਿਰੋਧੀ ਸ਼ਬਦ ਹੋ ਜਾਏਗਾ। ਸੋ ਇਲਿਟਰੇਟ ਹੁੰਦਾ ਬੱਚੋ ਜਿਹਨੂੰ ਨਾ ਪੜ੍ਹਨਾ ਆਉਂਦਾ ਹੈ ਤੇ ਨਾ ਲਿਖਣਾ ਆਉਂਦਾ ਹੈ, ਜਿਹਨੂੰ ਅਸੀਂ ਆਮ ਸਧਾਰਨ ਪੰਜਾਬੀ 'ਚ ਕਹਿ ਦਿੰਦੇ ਹਾਂ ਅਨਪੜ੍ਹ। ਠੀਕ ਹੈ। ਸੋ ਇਹਦਾ ਸੈਂਟੈਂਸ ਬਣਾਇਆ, ਅ ਲਾਰਜ ਸੈਕਸ਼ਨ ਆਫ ਦੀ ਇੰਡੀਅਨ ਪਾਪੂਲੇਸ਼ਨ ਇਜ਼ ਸਟਿਲ
इलिटरेट अर्थात भारती आबादी दा वड्डा हिस्सा, एक वड्डा हिस्सा, अ लार्ज सैक्शन, सैक्शन मैंने हिस्सा, किहड़ा हिस्सा, इंडियन पॉपूलेशन दा, अर्थात भारतीय आबादी दा एक वड्डा हिस्सा इज स्टिल हाले भी इलिटरेट, हाले भी अनपढ़ है। ठीक है, आगे चलिए। फिर आगे बच्चों मैनूस्क्रिप्ट, मैनूस्क्रिप्ट होंदी है, इहनूं पंजाबी च कहने खरड़ा, अर्थात एक तो जिद्दां कोई लिखारी कुछ लिखता है, कवितावां लिखता है, कोई लेख लिखता है, निबंध लिखता है, कहानियां लिखता है, नावल लिखता है, तो कलम दे नाल लिखता है या आप टाइपिंग करता है ना, कागज़ ते ओहदी थब्बी बन जाती है कागज़ां दी या रजिस्टर दी या कोई भी चीज़ दी, तो जिहड़ी हत्थ लिखत या लिखारी वालों टाइप की जिहड़ी लिखत होंदी है उन्होंने किया जाता है खरड़ा। फिर उन्होंने किसी को भेजता है, प्रकाशक को भेजता है, पब्लिशर को भेजता है, तो फिर वो किताब बना के छापता है। सो जिहड़ी लिखारी वालों लिखी गई चीज़ है तो या उसको टाइप की गई है तो उन्हें कहते हैं मैनूस्क्रिप्ट। सो ਇਹਦਾ सेंटेंस बनाया दी राइटर लिखारी ने सेंट अ कॉपी भेजी, एक कॉपी उतारा किहदा ऑफ हिज मैनूस्क्रिप्ट, जो उन्हें लिखिया सी अपनी लिखत दा खरड़े दा एक कॉपी भेजी कि टू आ पब्लिशर, एक प्रकाशक नूं। ज़्यादातर जो लिखारियां ने किताब अपनी छपानी होंदी है तो फिर कॉपी कट के फोटो कॉपी करके उन्होंने भेज देंगे ने, ठीक है ना, या आप जाते हैं या डाक राही भेज देंगे ने कुरीयर करके या स्पीड पोस्ट करके, तो फिर पब्लिशर फिर फैसला करता है कि ये किताब छापनी है नहीं छापनी है, जो भी उन्होंने आपस में कॉन्ट्रैक्ट होंगे, ठीक है ना। जोड़े मशहूर लिखारी ने उन्होंने छेती छप जाती है, जोड़े नवे उभरते होंगे ने उन्होंने थोड़ा जद्दोजहद करना पैंदा है। सो द राइटर सेंट अ कॉपी ऑफ हिज मैनूस्क्रिप्ट टू अ पब्लिशर, ठीक है, एक प्रकाशक नूं उन्हें अपने खरड़े की कापी भेजी। एनोनीमस, एनोनीमस का मतलब जिहदे नाम का नहीं पता, बेनाम। हुण तुहाडी जिहड़ी पोएम के थले लिखा एनोनीमस, भी किहने लिखी है, लिखारी का नाम नहीं पता। इसी तरह कहते एनोनीमस डोनर, जैसे कहते गुप्त दान, भी कोई बंदा गुरुद्वारे सीमेंट की बोरियां सिट गया, कौन सिट के गया जी पता नहीं, कोई गुप्त दानी है। किसी ने मतलब कि हुण किसानों के अंदोलन कई लोगों ने कितनी सेवा की, वो अपना नाम नहीं जाहिर करना चाहते है ना, वो अपने आप को निमरता च रहिंदे ने। सो ये ही मैं सेंटेंस जोड़ दिता है क्योंकि किसानों का अंदोलन चलता पाया। देयर आर मैनी एनोनीमस डोनर्स, डोनर होंदा बोले दानी, जो डोनेट करता है, बहुत सारे बेनाम, नाम तो बिना जिन्हों के नाम असीं नहीं जानते, दानी हैं इन सपोर्ट ऑफ द फार्मर्स प्रोटेस्ट, जो किसानों के संघर्ष के हक विच हैं, अर्थात उन्होंने मदद कर रहे हैं, कोई उन्होंने कपड़े भेज रहा है, कोई खाण पीन की चीज़ां भेज रहा है, कोई डॉक्टरी तौर पर मदद कर रहा है, सो कई वित्ती तौर पर पैसे के तौर पर मदद कर रहा है। सो बड़े सारे ने। देयर आर मैनी एनोनीमस डोनर्स इन सपोर्ट ऑफ द फार्मर्स प्रोटेस्ट, इहदा सेंटेंस तुसीं भी बना सकते हो ना। फिर या तुसीं कहो कि यस्टरडे आई रेड एन एनोनीमस स्टोरी, कल मैं एक बेनाम कहानी पढ़ी, अर्थात मैं कहानी पढ़ी पर मैनूं उहदे लिखारी दा नहीं पता। या मैं कहां देयर इज़ एन एनोनीमस पोएम इन अवर टैक्सट बुक, साडी जो स्कूल की किताब है उहदे विच एक एनोनीमस पोएम है, अर्थात वो किहड़े लिखारी की लिखी है सानूं नहीं पता, ठीक है। सो आ गया पॉलीग्लॉट, ठीक है। पॉलीग्लॉट होंदा बच्चों जिहड़ा बंदा बहुत सारियां बोलियां बोलनियां जानदा है। सो इहदा सेंटेंस बनाया हैविंग ट्रैवल्ड अराउंड द वर्ल्ड मोस्ट ऑफ हिज लाइफ, अपनी जिंदगी दा वड्डा हिस्सा सारी दुनिया विच घूमण करके, थां थां ते घूमण करके, मोस्ट ऑफ हिज लाइफ, उन्हें किसी बंदे बारे दा सेंटेंस बनाता आपां कि हैविंग ट्रैवल्ड अराउंड द वर्ल्ड मोस्ट ऑफ हिज लाइफ, अपनी जिंदगी के वड्डे हिस्से विच सारी दुनिया विच घूमण करके ही हैज़ बिकम अ पॉलीग्लॉट, अर्थात वो बहुत सारी बोलियां का जानू हो गया है, वो कितनी सारियां बोलियां बोल भी लेंदा है तो उन्होंने समझ भी लेंदा है, ठीक है। फिर आगे बच्चों टी टोटलर, टी टोटलर होंदा बच्चों सूफी या सोफिया, सोफिया कह दिंदे आ, परहेजगार, जिहड़ा बंदा बिल्कुल भी शराब नहीं पींदा, ठीक है ना, तो उन्होंने क्या जाता टी टोटलर। सो आफ्टर सफरिंग अ माइल्ड हार्ट अटैक, देखो कई बंदे बच्चों, एक ना मैं गल पढ़ी सी किते, कई बंदे की होंदे ने वो सुन के सीखते हैं भी, जिदा गुरु साहब ने उपदेश दिता भी शराब नहीं पीनी, नशे नहीं करने, तो गुरु के उत्ते सिद्ध बंदा वो गल मान जाते हैं। कोई बंदे पढ़ के सीखते हैं, वो बाणी आप पढ़ लेंगे ने, तो या फिर शराब की बोतल से लिखा होंगे भी शराब पीना सेहत लिए हानिकारक है, तो इस करके शराब तो दूर हो जाते हैं। तो कुछ बंदे ऐसे होंगे ने बच्चों, वो कहते नंगियां तारां नूं हथ ला के सकते हैं, वो बाहर जिले बोर्ड लगा ना खतरा इत्थे हथ ना लाओ, वो तो नहीं समझते, वो कहते मैं तो हथ ला के देखांगा,
ਤੇ ਹੱਥ ਲਾ ਕੇ ਜਦੋਂ ਝਟਕਾ ਲੱਗਦਾ ਹੈ ਫਿਰ ਉਹਨਾਂ ਨੂੰ ਅਕਲ ਆਉਂਦੀ ਹੈ। ਸੋ ਇਸ ਤਰ੍ਹਾਂ ਵੀ ਸਾਡੇ ਦੇ ਸਮਾਜ ਵਿੱਚ ਬੜੇ ਸਾਰੇ ਬੰਦੇ ਨੇ। ਸੋ ਆਫਟਰ ਸਫਰਿੰਗ ਅ ਮਾਈਲਡ ਹਾਰਟ ਅਟੈਕ, ਅਰਥਾਤ ਇੱਕ ਹਲਕਾ ਜਿਹਾ ਹਾਰਟ ਅਟੈਕ ਦਾ ਮਤਲਬ ਕਿ ਮਾਰ ਝੱਲਣ ਤੋਂ ਬਾਅਦ ਹੀ ਹੈਜ਼ ਬਿਕਮ ਅ ਸਟ੍ਰਿਕਟ टीटोटलर, ਉਹ ਪੱਕਾ ਪਰਹੇਜ਼ਗਾਰ ਬਣ ਗਿਆ ਹੈ। ਉਹਨੇ ਸਖਤੀ ਦੇ ਨਾਲ ਸ਼ਰਾਬ ਪੀਣੀ ਬੰਦ ਕਰ ਦਿੱਤੀ ਹੈ। ਸੋ ਬੱਚਿਓ ਅਸੀਂ ਇੱਦਾਂ ਦੇ ਨਾ ਬਣੀਏ, ਅਸੀਂ ਹਾਰਟ ਅਟੈਕ ਦੀ ਜਾਂ ਕਿਡਨੀ ਫੇਲ ਹੋਣ ਦੀ ਜਾਂ ਲੀਵਰ ਦੀ ਸਮੱਸਿਆ ਦੀ ਉਡੀਕ ਨਾ ਕਰੀਏ। ਅਸੀਂ ਸਹੁੰ ਖਾ ਲਈਏ ਕਿ ਅਸੀਂ ਜ਼ਿੰਦਗੀ ਵਿੱਚ ਕਦੀ ਵੀ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਨਾ, ਠੀਕ ਹੈ। ਸੋ ਆ ਗਿਆ ਬੱਚਿਓ ਬੁੱਕ ਵਾਰਮ। ਬੁੱਕ ਮੈਨੇ ਹੁੰਦਾ ਕਿਤਾਬ, ਵਾਰਮ ਮੈਨੇ ਹੁੰਦਾ ਕੀੜਾ। ਤੋ ਇੱਧਰੋਂ ਦੀ ਬਣਿਆ ਬੁੱਕ ਵਾਰਮ, ਕਿਤਾਬੀ ਕੀੜਾ। ਪੰਜਾਬੀ 'ਚ ਅਸੀਂ ਕਹਿੰਦੇ ਨੇ ਕਿਤਾਬੀ ਕੀੜਾ, ਅੰਗਰੇਜ਼ੀ ਕਹਿੰਦੇ ਬੁੱਕ ਵਾਰਮ, ਅਰਥਾਤ ਜਿਹੜਾ ਬੰਦਾ ਹਰ ਵੇਲੇ ਬੈਠਾ ਰਹੇ ਕਿਤਾਬ ਲੈ ਕੇ। ਹੁਣ ਪੜ੍ਹਨਾ ਤੇ ਬਹੁਤ ਚੰਗੀ ਗੱਲ ਹੈ, ਮੈਂ ਪੜ੍ਹਾਈ ਦੇ ਬੜਾ ਹੱਕ 'ਚ ਹੈਗਾ, ਬੜਾ ਪ੍ਰੇਰਨਾ ਕਰਦਾ, ਮੈਂ ਆਪ ਵੀ ਪੜ੍ਹਦਾ, ਪਰ ਬੱਚਿਓ ਮੈਂ ਮੂੰਗਲੀਆਂ ਵੀ ਫੇਰਦਾ, ਡੰਡ ਵੀ ਕੱਢਦਾ, ਸੈਰ ਵੀ ਕਰਦਾ, ਵਰਜਿਸ਼ ਵੀ ਕਰਦਾ, ਕਿਉਂਕਿ ਮੈਨੂੰ ਪਤਾ ਹੈ ਕਿ ਜੇ ਮੈਂ ਕਿਤਾਬਾਂ ਹੀ ਪੜ੍ਹਦਾ ਰਹਿ ਗਿਆ ਤੇ ਮੇਰੇ ਕੁੱਬ ਪੈ ਗਿਆ, ਮੇਰੀਆਂ ਹੱਡੀਆਂ ਕਮਜ਼ੋਰ ਹੋ ਗਈਆਂ, ਪੱਠੇ ਕਮਜ਼ੋਰ ਹੋ ਗਏ, ਸਿਹਤ ਖਰਾਬ ਹੋ ਗਈ ਤੇ ਫਿਰ ਕੀ ਫਾਇਦਾ। ਸੋ ਇਸ ਕਰਕੇ ਬੱਚਿਓ ਅਸੀਂ ਪੜ੍ਹਨਾ ਵੀ ਹੈ ਤੇ ਸਿਹਤ ਦਾ ਖਿਆਲ ਵੀ ਰੱਖਣਾ ਹੈ। ਸੋ ਅਸੀਂ ਕਿਤਾਬੀ ਕੀੜੇ ਨਹੀਂ ਬਣਨਾ, ਅਸੀਂ ਖੇਡਾਂ ਵਿੱਚ ਵੀ ਹਿੱਸਾ ਲੈਣਾ ਹੈ ਤੇ ਨਾਲ ਪੜ੍ਹਨਾ ਵੀ ਹੈ। ਹਾਂ, ਜਿਹੜੇ ਕੰਮ ਨਾ ਕਰਨ ਵਾਲੇ ਨੇ ਉਹ ਨਹੀਂ ਕਰਨੇ। ਅਸੀਂ ਬੇਲੋੜੇ ਟੀਵੀ ਨਹੀਂ ਦੇਖਣਾ, YouTube ਬੇਲੋੜਾ ਨਹੀਂ ਦੇਖਣਾ, ਹੈ ਨਾ, ਉੱਤੇ ਪ੍ਰੋਗਰਾਮ ਫਾਲਤੂ ਦੇ ਨਹੀਂ ਦੇਖਣੇ, ਗੱਪਾਂ ਨਹੀਂ ਮਾਰਨੀਆਂ ਤੇ ਲੋੜ ਤੋਂ ਵੱਧ ਸੋਣਾ ਨਹੀਂ ਹੈਗਾ, ਇਹ ਕੰਮ ਕਰਨੇ ਛੱਡਣੇ ਨੇ। ਸੋ ਸਮਾਂ ਕੱਢ ਕੇ ਅਸੀਂ ਆਪਣਾ ਘੱਟ ਤੋਂ ਘੱਟ 1 ਘੰਟਾ ਦੀ ਕੋਈ ਵਰਜਿਸ਼, ਕੋਈ ਸੈਰ, ਕੋਈ ਸਾਈਕਲ ਚਲਾਉਣੀ, ਕੋਈ ਦੌੜ ਲਾਉਣੀ, ਕੋਈ ਡੰਡ ਕੱਢਣੇ, ਇਹ ਕੰਮ ਵੀ ਕਰਨਾ। ਸੋ ਬੀਇੰਗ ਅ ਬੁੱਕ ਵਾਰਮ ਹੈਜ਼ ਅ ਡੈਮੇਜਿੰਗ ਇਫੈਕਟ ਔਨ ਹੈਲਥ। ਡੈਮੇਜਿੰਗ ਮੈਨੇ ਮਾਰੂ, ਇਫੈਕਟ ਮੈਨੇ ਅਸਰ, ਹੈਲਥ, ਅਰਥਾਤ ਕਿਤਾਬੀ ਕੀੜਾ ਹੋਣ ਦੇ ਨਾਲ, ਕਿਤਾਬੀ ਕੀੜਾ ਬਣਨ ਦੇ ਨਾਲ ਸਿਹਤ 'ਤੇ ਮਾਰੂ ਅਸਰ ਪੈਂਦਾ ਹੈ। ਕਿਉਂਕਿ ਬੱਚਿਓ ਡਾਕਟਰਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜਿਹੜੇ ਬੰਦੇ ਹਰ ਵੇਲੇ ਬੈਠੇ ਰਹਿੰਦੇ ਨੇ, ਬਿਲਕੁਲ ਨਹੀਂ ਹਿਲਦੇ, ਇੱਕ ਜਗ੍ਹਾ ਬੈਠੇ ਰਹਿੰਦੇ ਨੇ, ਉਹਨਾਂ ਦੀਆਂ ਹੱਡੀਆਂ, ਮਾਸਪੇਸ਼ੀਆਂ, ਜਿਗਰਾ, ਦਿਲ, ਸਾਰੇ ਅੰਗ ਜਿਹੜੇ ਨੇ ਕਮਜ਼ੋਰ ਪੈ ਜਾਂਦੇ ਨੇ, ਉਸ ਸਮੇਂ ਤੋਂ ਪਹਿਲੇ ਬੁੱਢੇ ਹੋ ਜਾਂਦੇ ਨੇ। ਸੋ ਬੈਠੇ ਰਹਿਣਾ ਕੋਈ ਠਾਠ ਬਾਠ ਵਾਲੀ ਗੱਲ ਨਹੀਂ ਹੈਗੀ, ਬੈਠੇ ਰਹਿਣਾ ਕੋਈ ਖੂਬੀ ਵਾਲੀ ਗੱਲ ਨਹੀਂ ਹੈਗੀ, ਸਾਨੂੰ ਤੁਰਦੇ ਫਿਰਦੇ ਵੀ ਰਹਿਣਾ ਚਾਹੀਦਾ, ਮੁਸ਼ੱਕਤ ਵੀ ਕਰਨੀ ਚਾਹੀਦੀ, ਠੀਕ ਹੈ। ਸੋ ਪਿਲਗ੍ਰਮ ਹੁੰਦਾ ਬੱਚਿਓ ਧਾਰਮਿਕ ਯਾਤਰੂ, ਮਤਲਬ ਸ਼ਰਧਾਲੂ, ਜਿਹੜਾ ਬੰਦਾ ਸ਼ਰਧਾ ਵਸ ਕਿਸੇ ਧਾਰਮਿਕ ਸਥਾਨ ਤੇ ਜਾਵੇ ਉਹਨੂੰ ਅਸੀਂ ਕਹਿੰਦੇ ਪਿਲਗ੍ਰਿਮ। ਸੋ ਇਹਦਾ ਮੈਂ ਬਣਾਇਆ ਐਵਰੀ ਡੇ, ਹਰ ਰੋਜ਼, ਥਾਊਜ਼ੈਂਡਸ ਆਫ ਪਿਲਗ੍ਰਿਮਸ, ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਵਿਜ਼ਿਟ ਦਰਬਾਰ ਸਾਹਿਬ ਅੰਮ੍ਰਿਤਸਰ। ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਜਿਹੜੇ ਨੇ ਹਰ ਰੋਜ਼ ਦਰਬਾਰ ਸਾਹਿਬ ਅੰਮ੍ਰਿਤਸਰ ਆਉਂਦੇ ਹਨ, ਠੀਕ ਹੈ। ਫਿਰ ਅੱਗੇ ਵਿਡੋ। ਵਿਡੋ ਹੁੰਦੀ ਬੱਚਿਓ ਉਹ ਔਰਤ ਜਿਹਦਾ ਪਤੀ ਮਰ ਚੁੱਕਾ ਹੋਵੇ, ਜਿਹਨੂੰ ਅਸੀਂ ਆਮ ਆਪਣੀ ਬੋਲੀ 'ਚ ਕਹਿ ਦਿੰਦੇ ਵਿਧਵਾ, ਠੀਕ ਹੈ। ਸੋ ਗੁਰੂ ਅਮਰਦਾਸ, ਤੀਸਰੇ ਗੁਰੂ ਪਾਤਸ਼ਾਹ, ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ, ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਉਸ ਔਰਤ ਨੂੰ ਮੰਦਾ ਕਿਉਂ ਆਖਦੇ ਹੋ ਜਿਹਨੇ ਰਾਜੇ ਨੂੰ ਜਨਮ ਦਿੱਤਾ ਹੈ। ਸੋ ਗੁਰੂ ਸਾਹਿਬ ਨੇ ਗੁਰੂ ਨਾਨਕ ਜੀ ਦੇ ਇਸ ਪੂਰਨੇ ਦੇ ਤੁਰਦੇ ਹੋਏ ਕੀ ਕੀਤਾ, ਗੁਰੂ ਅਮਰਦਾਸ ਇਨਕਰੇਜ ਮੈਨੇ ਹੱਲਾਸ਼ੇਰੀ ਦਿੱਤੀ, ਲੋਕਾਂ 'ਚ ਇਹ ਗੱਲ ਪ੍ਰਚਾਰੀ ਜ਼ੋਰ ਸ਼ੋਰ ਦੇ ਨਾਲ, ਦੀ ਪ੍ਰੈਕਟਿਸ, ਪ੍ਰਥਾ ਆਫ ਵਿਡੋ ਰੀ ਮੈਰਿਜ, ਪੁਨਰ ਵਿਵਾਹ, ਮੁੜ ਕੇ ਵਿਡੋ ਜਿਹੜੀ ਸੀ ਪੁਰਾਣੇ ਜ਼ਮਾਨੇ 'ਚ ਬੱਚੇ ਇੰਡੀਆ ਵਿੱਚ ਹਾਲੇ ਵੀ ਕਈ ਪਿੰਡਾਂ ਵਿੱਚ, ਕਈ ਬੰਗਾਲ ਦੇ ਇਲਾਕਿਆਂ 'ਚ ਕਈ ਜਗ੍ਹਾ ਹੈਗਾ, ਔਰਤ ਵਿਚਾਰੀ ਜੇ ਜਵਾਨ ਵਿਧਵਾ ਹੋ ਜਾਏ ਤੇ ਮੁੜ ਕੇ ਉਹਦਾ ਵਿਆਹ ਨਹੀਂ ਕਰਦੇ, ਉਹਦੀ ਟਿੰਡ ਕਰ ਦਿੰਦੇ ਨੇ ਤੇ ਉਹਨੂੰ ਕਿਤੇ ਆਸ਼ਰਮ 'ਚ ਭੇਜ ਦਿੰਦੇ ਨੇ। ਸੋ ਗੁਰੂ ਸਾਹਿਬ ਨੇ ਕਿਹਾ ਇਹ ਜ਼ੁਲਮ ਨਹੀਂ ਹੋਣਾ ਚਾਹੀਦਾ। ਸੋ ਗੁਰੂ ਅਮਰਦਾਸ ਜੀ ਨੇ ਵਿਧਵਾਵਾਂ ਦੀ ਮੁੜ ਵਿਆਹ ਦੀ ਰੀਤ ਨੂੰ ਹੱਲਾਸ਼ੇਰੀ ਦਿੱਤੀ ਤੇ ਗੁਰੂ ਅਮਰਦਾਸ ਜੀ ਨੇ ਆਪਣੇ ਸਮੇਂ ਵਿੱਚ ਬਹੁਤ ਸਾਰੀਆਂ ਵਿਧਵਾਵਾਂ ਦੇ ਵਰ ਲੱਭ ਕੇ ਉਹਨਾਂ ਦੇ ਵਿਆਹ ਕਰਵਾਏ। ਸੋ ਇਹ ਤੁਹਾਡੀ ਜਾਣਕਾਰੀ 'ਚ ਵੀ ਵਾਧਾ ਹੋ ਜਾਏਗਾ। ਗੁਰੂ ਅਮਰਦਾਸ ਇਨਕਰੇਜ ਦੀ ਪ੍ਰੈਕਟਿਸ ਆਫ ਵਿਡੋ ਰੀਮੈਰਿਜ, ਠੀਕ ਹੈ। ਫਿਰ ਆ ਗਿਆ ਬੱਚੋ ਬ੍ਰਿਟਲ। ਬ੍ਰਿਟਲ ਹੁੰਦਾ ਬੱਚੋ ਟੁੱਟਣਹਾਰ, ਜਿਹੜੀ ਚੀਜ਼ ਡਿੱਗ ਕੇ ਜਾਂ ਮਾੜਾ ਜਿਹਾ ਮੋੜੋ ਤੇ ਟੁੱਟ ਜਾਵੇ, ਠੀਕ ਹੈ। ਜਿੱਦਾਂ ਕੱਚ ਦਾ ਗਲਾਸ ਡਿੱਗਿਆ ਟੁੱਟ ਗਿਆ, ਅਸੀਂ ਕਹਿੰਦੇ ਵੀ ਗਲਾਸ ਇਜ਼ ਬ੍ਰਿਟਲ, ਠੀਕ ਹੈ। ਸੋ ਮੈਂ ਇਹਦਾ ਬਣਾਇਆ ਦੀ ਬ੍ਰਾਂਚਿਸ ਨੇ ਟਾਹਣੀਆਂ ਆਫ ਦੀ ਟਰੀ, ਇਸ ਰੁੱਖ ਦੀਆਂ ਟਾਹਣੀਆਂ ਹੈਵ ਬਿਕਮ ਡਰਾਈ ਐਂਡ ਬ੍ਰਿਟਲ, ਇਹ ਟਾਹਣੀਆਂ ਸੁੱਕ ਗਈਆਂ ਨੇ ਤੇ ਟੁੱਟਣਹਾਰ ਹੋ ਗਈਆਂ ਨੇ, ਹੁਣ ਬ੍ਰਿਟਲ ਹੋ ਗਈਆਂ ਨੇ। ਹੁਣ ਬੱਚੋ ਜਦੋਂ ਹਰੀ ਭਰੀ ਟਾਹਣੀ ਹੁੰਦੀ ਨੂੰ ਮੋੜ ਦੋ ਉਹ ਮੁੜ ਜਾਂਦੀ ਹੈ, ਉਹ 'ਚ ਲਚਕੀਲਾਪਨ ਹੁੰਦਾ ਹੈ, ਪਰ ਜਦੋਂ ਟਾਹਣੀ ਬੁੱਢੀ ਹੋ ਜਾਂਦੀ, ਪੁਰਾਣੀ ਹੋ ਜਾਂਦੀ, ਸੁੱਕ ਜਾਂਦੀ ਹੈ ਤੇ ਫਿਰ ਉਹਨੂੰ ਮੋੜਨ ਦੀ ਕੋਸ਼ਿਸ਼ ਕਰੋ, ਤੜਕ ਕਰਕੇ ਟੁੱਟ ਜਾਂਦੀ ਹੈ। ਸੋ ਜਿਹੜੀ ਇੱਦਾਂ ਚੀਜ਼ ਤੜਕ ਕਰਕੇ ਟੁੱਟ ਜਾਏ ਉਹਨੂੰ ਕਹਿੰਦੇ ਆ ਬ੍ਰਿਟਲ, ਠੀਕ ਹੈ। ਅੱਗੇ ਚਲੀਏ।
ਆਰਟਿਸਟ ਆਰਟਿਸਟ ਹੁੰਦਾ ਬੱਚੋ ਕਲਾਕਾਰ। ਉਹ ਕਲਾਕਾਰ ਚਿੱਤਰਕਾਰੀ ਦਾ ਵੀ ਹੋ ਸਕਦਾ ਹੈ, ਕਲਾਕਾਰ ਆਪਣੇ ਐਕਟਿੰਗ ਦਾ ਵੀ ਹੋ ਸਕਦਾ ਹੈ, ਕਲਾਕਾਰ ਸੰਗੀਤ ਦਾ ਵੀ ਹੋ ਸਕਦਾ ਹੈ, ਕਲਾਕਾਰ ਗਾਣ ਵਜਾਉਣ ਦਾ ਵੀ ਹੋ ਸਕਦਾ, ਕੁਝ ਵੀ ਹੋ ਸਕਦਾ ਕਲਾ ਜਿਸ ਕੋਈ ਹੁਨਰ ਹੋਵੇ। ਠੀਕ ਹੈ, ਸੋ ਇਹਦਾ ਬਣਾਇਆ ਟੂ ਬੀ ਐਨ ਆਰਟਿਸਟ। ਇੱਕ ਕਲਾਕਾਰ ਬਣਨ ਲਈ ਵੀ ਨੀਡ ਟੂ ਪ੍ਰੈਕਟਿਸ ਵਟ ਵੀ ਲਰਨ। ਜੋ ਅਸੀਂ ਸਿੱਖਦੇ ਹਾਂ ਸਾਨੂੰ ਉਹਦਾ ਅਭਿਆਸ ਕਰਨਾ ਪੈਂਦਾ ਹੈ। ਜੇ ਕੋਈ ਬੱਚਾ ਕਲਾਕਾਰ ਬਣਨਾ ਚਾਹੁੰਦਾ ਹੈ, ਜੇ ਕੋਈ ਗਾਇਕ ਬਣਨਾ ਚਾਹੁੰਦਾ ਹੈ, ਤੇ ਉਹਨੂੰ ਕਿੰਨੇ ਕਿੰਨੇ ਸਾਲ ਕਿੰਨੇ ਕਿੰਨੇ ਘੰਟੇ ਰਿਆਜ਼ ਕਰਨਾ ਪੈਂਦਾ ਹੈ। ਜੇ ਕੋਈ ਲਿਖਾਰੀ ਬਣਨਾ ਚਾਹੇ ਵਧੀਆ, ਤੇ ਉਹਨੂੰ ਕਲਮ ਘਸਾਣੀ ਪੈਂਦੀ ਹੈ, ਲਿਖਣ ਦਾ ਪ੍ਰੈਕਟਿਸ ਕਰਨੀ ਪੈਂਦੀ ਹੈ। ਜੇ ਕੋਈ ਬੰਦਾ ਐਥਲੀਟ ਦੇ ਘਰ ਸਪੋਰਟਸਮੈਨ ਵਾਲੇ ਪਾਸੇ ਆ ਗਿਆ, ਜੇ ਬੰਦਾ ਕੋਈ ਮਿਊਜ਼ਿਕ ਕੰਪੋਜ਼ ਕਰਨਾ ਚਾਹੇ ਤੇ ਉਹਦੇ ਲਈ ਵੀ ਉਹਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਸੋ ਕਿਤਾਬਾਂ ਨਾ ਪੜ੍ਹ ਕੇ ਜਾਂ ਜਿਹੜਾ ਕੋਈ ਉਸਤਾਦ ਹੁੰਦਾ ਹੈ, ਟੀਚਰ ਹੁੰਦਾ, ਉਹਦੀ ਗੱਲਾਂ ਸੁਣ ਕੇ ਸਿੱਖਦੇ ਤੇ ਹੈਗੇ ਆ, ਮਤਲਬ ਉਹ ਕਿਤਾਬੀ ਤੌਰ ਤੇ ਪਤਾ ਲੱਗ ਜਾਂਦਾ ਵੀ ਇਹ ਗੱਲ ਇੱਦਾਂ ਕਰਨੀ ਹੈ, ਇੱਦਾਂ ਕਰਨੀ ਹੈ, ਇਹਨਾਂ ਗੱਲਾਂ ਦਾ ਖਿਆਲ ਰੱਖਣਾ ਹੈ, ਪਰ ਉਹਨਾਂ ਨੂੰ ਅਮਲ ਵਿੱਚ ਵੀ ਲਿਆਉਣਾ ਪੈਂਦਾ ਤੇ ਪ੍ਰੈਕਟਿਸ ਕਰਨੀ ਪੈਂਦੀ ਹੈ। ਸੋ ਟੂ ਬੀ ਐਨ ਆਰਟਿਸਟ ਵੀ ਨੀਡ ਟੂ ਪ੍ਰੈਕਟਿਸ ਵਟ ਵੀ ਲਰਨ। ਫਿਰ ਅੱਗੇ ਬੱਚੇ ਸ਼ਬਦ ਗਲਟਨ। ਗਲਟਨ ਨੂੰ ਅਸੀਂ ਪੰਜਾਬੀ 'ਚ ਕਹਿ ਦਾਂਗੇ ਭੁੱਖੜ, ਜਿਹੜਾ ਬਹੁਤ ਜ਼ਿਆਦਾ ਦਬਾ ਕੇ ਖਾਵੇ, ਖਾਣ ਦਾ ਬਹੁਤ ਸ਼ੌਕੀਨ ਹੋਵੇ ਤੇ ਦਬਾ ਕੇ ਖਾਵੇ, ਭੁੱਖੜ ਵੀ ਕਹਿ ਦਿੰਦੇ ਆ ਤੇ ਖਾਊ ਵੀ ਕਹਿ ਦਿੰਦੇ ਆ, ਤੇ ਖਾਊ ਹੈਗਾ। ਠੀਕ ਹੈ, ਸੋ ਅਸੀਂ ਮੈਂ ਬਣਾਇਆ ਦਾ ਹੀ ਸੱਚ ਅ ਗਲਟਨ, ਉਹ ਐਸਾ ਭੁੱਖੜ ਹੈ, ਦੈਟ ਕਿ ਹੀ ਏਟ, ਉਹ ਖਾ ਗਿਆ, ਹਿਜ਼ ਬ੍ਰਦਰ ਸ਼ੇਅਰ ਆਲਸੋ, ਆਪਣੇ ਭਰਾ ਦਾ ਹਿੱਸਾ ਵੀ ਖਾ ਗਿਆ। ਮਤਲਬ ਇੰਨਾ ਭੁੱਖੜ ਹੈ ਕਿ ਉਹ ਆਪਣੇ ਭਰਾ ਦਾ ਹਿੱਸਾ ਵੀ ਖਾ ਗਿਆ। ਹੁਣ ਵਾਰਡਰੋਬ ਹੁੰਦਾ ਬੱਚੋ ਅਲਮਾਰੀ। ਸੋ ਆਈ ਕਲੀਨਡ ਐਂਡ ਅਰੇਂਜਡ ਮਾਈ ਵਾਰਡਰੋਬ ਯੈਸਟਰਡੇ, ਮੈਂ ਕੱਲ ਆਪਣੀ ਅਲਮਾਰੀ ਸਾਫ਼ ਕੀਤੀ ਤੇ ਉਹਨੂੰ ਮੁੜ ਕੇ ਤਰਤੀਬ ਵਿੱਚ ਲਿਆਂਦਾ, ਅਰਥਾਤ ਸਾਰੇ ਕੱਪੜੇ ਕੱਢ ਕੇ ਅੰਦਰ ਸਫਾਈ ਕੀਤੀ, ਤਹਿ ਲਾ ਕੇ ਹੈਂਗਰਾਂ ਨੇ ਟੰਗ ਕੇ ਮੈਂ ਮੁੜ ਕੇ ਉਹਨਾਂ ਨੂੰ ਠੀਕ ਕੀਤਾ। ਪੈਟਰੀਓਟ ਹੁੰਦਾ ਬੱਚੋ ਦੇਸ਼ ਭਗਤ। ਹੁਣ ਸੱਚੇ ਦੇਸ਼ ਭਗਤ ਤੇ ਹੁੰਦੇ ਹੀ ਨੇ, ਪਰ ਕਈ ਦੇਸ਼ ਭਗਤੀ ਦਾ ਨਾਟਕ ਕਰਦੇ ਨੇ। ਸੋ ਇਦਾਂ ਦੇ ਕਿਹੜੇ ਹੈਗੇ ਨੇ? ਕਰਪਟ ਹੁੰਦਾ ਭ੍ਰਿਸ਼ਟ, ਬੇਈਮਾਨ, ਲੁੱਚਾ। ਅ ਕਰਪਟ ਲੀਡਰ, ਜਿਹੜੇ ਭ੍ਰਿਸ਼ਟ ਨੇਤਾ ਹੁੰਦਾ ਹੈ, ਟਰਾਈਜ਼ ਟੂ ਪ੍ਰੈਜ਼ੈਂਟ ਹਿਮਸੈਲਫ ਐਜ਼ ਅ ਪੈਟਰੀਓਟ, ਉਹ ਆਪਣੇ ਆਪ ਨੂੰ ਹਮੇਸ਼ਾ ਆਪਣੀ ਕਰਪਸ਼ਨ ਨੂੰ, ਆਪਣੇ ਭ੍ਰਿਸ਼ਟਾਚਾਰ ਨੂੰ ਲੁਕਾਉਣ ਲਈ, ਪਰਦਾ ਪਾਉਣ ਲਈ ਆਪਣੇ ਆਪ ਨੂੰ ਦੇਸ਼ ਭਗਤ ਵਜੋਂ ਪੇਸ਼ ਕਰਦਾ ਹੈ, ਤੇ ਲੋਕਾਂ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦਾ ਕਿ ਮੈਂ ਤੇ ਬੜਾ ਵੱਡਾ ਦੇਸ਼ ਭਗਤ ਹੈਗਾ, ਮੈਂ ਤੇ ਜਮਾਂਦਰੂ ਦੇਸ਼ ਭਗਤ ਹੈਗਾ, ਮੇਰੇ ਵਰਗਾ ਦੇਸ਼ ਭਗਤ ਦੁਨੀਆ 'ਚ ਜਾਂ ਦੇਸ਼ ਵਿੱਚ ਕੋਈ ਹੈ ਹੀ ਨਹੀਂ ਹੈਗਾ। ਸੋ ਬੱਚਿਓ, ਇਸ ਕਰਕੇ ਇਹ ਦੇਸ਼ ਭਗਤੀ ਦਾ ਵੀ ਬੜਾ ਸਾਨੂੰ ਧਿਆਨ ਦੇ ਨਾਲ ਇਹ ਖਿਆਲ ਰੱਖਣਾ ਚਾਹੀਦਾ ਹੈ। ਵੈਸੇ ਤੇ ਮੈਂ ਸਮਝਦਾ ਕਿ ਜਿਹੜਾ ਬੰਦਾ ਧਰਮ ਦੀ ਕਿਰਤ ਕਰਦਾ ਹੈ, ਇਮਾਨਦਾਰੀ ਦੀ ਕਮਾਈ ਖਾਂਦਾ ਹੈ, ਚਾਹੇ ਉਹ ਦੁਨੀਆ 'ਚ ਕਿਤੇ ਵੀ ਵਸਦਾ ਹੋਵੇ, ਜਿੱਦਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਧਰਮ ਦੀ ਕਿਰਤ ਕਰੋ ਤੇ ਵੰਡ ਕੇ ਛਕੋ, ਤੇ ਵੰਡ ਕੇ ਛਕਦਾ ਹੈ, ਉਹਨੂੰ ਕਿਸੇ ਹੋਰ ਕਿਸਮ ਦੀ ਦੇਸ਼ ਭਗਤੀ ਦੀ ਲੋੜ ਨਹੀਂ ਹੈਗੀ। ਜਿਹੜੇ ਦੇਸ਼ ਵਿੱਚ ਵੀ ਰਹੇਗਾ ਉਹ ਬੜਾ ਵਧੀਆ ਦੇਸ਼ ਭਗਤ ਹੋਏਗਾ, ਜਿਹੜਾ ਕੰਮ ਆਪਣਾ ਇਮਾਨਦਾਰੀ ਦੇ ਨਾਲ ਕਰੇਗਾ, ਧਰਮ ਦੀ ਕਿਰਤ ਕਰੇਗਾ ਤੇ ਵੰਡ ਕੇ ਛਕੇਗਾ। ਠੀਕ ਹੈ, ਅਗਲਾ ਆ ਗਿਆ ਬੱਚੋ 18ਵਾਂ, ਬੈਂਕਰਪਟ ਹੁੰਦਾ ਬੱਚੋ ਜਿਹੜਾ ਬਿਲਕੁਲ ਕੰਗਾਲ ਹੋ ਜਾਏ, ਸਭ ਕੁਝ ਗਵਾ ਬੈਠੇ, ਖੇਤ ਵੀ ਵਿਕ ਜਾਣ, ਘਰ ਵੀ ਵਿਕ ਜਾਏ, ਸਭ ਕੁਝ ਵਿਕ ਜਾਏ, ਸੋਨਾ ਗੱਟਾ ਸਭ ਵਿਕ ਜਾਏ, ਦਿਵਾਲੀਆ ਨਿਕਲ ਜਾਏ। ਸੋ ਇਹਦਾ ਬਣਾਇਆ ਬੱਚੋ ਹਿਜ਼ ਹੈਬਿਟ ਆਫ ਡਰਿੰਕਿੰਗ ਮੇਡ ਹਿਮ ਬੈਂਕਰਪਟ, ਉਹਦੀ ਸ਼ਰਾਬ ਪੀਣ ਦੀ ਆਦਤ ਨੇ ਉਹਨੂੰ ਕੰਗਾਲ ਬਣਾ ਦਿੱਤਾ, ਉਹਦੀ ਸ਼ਰਾਬ ਪੀਣ ਦੀ ਆਦਤ ਨੇ ਉਹਦਾ ਦਿਵਾਲੀਆ ਕਰ ਦਿੱਤਾ। ਠੀਕ ਹੈ, ਸੋ ਆਡੀਬਲ ਹੁੰਦਾ ਬੱਚਿਓ ਜੋ ਸੁਣਿਆ ਜਾ ਸਕੇ, ਮਤਲਬ ਕਿ ਜਿਹਦੀ ਆਵਾਜ਼ ਕੰਨਾਂ 'ਚ ਪੈ ਰਹੀ ਹੋਵੇ ਤੇ ਪਤਾ ਲੱਗੇ ਕੀ ਗੱਲ ਕਰ ਰਿਹਾ। ਜੇ ਬੰਦਾ ਦੂਰ ਬੈਠਾ ਕੋਈ ਬੜਾ ਮੱਧਮ ਬੋਲ ਰਿਹਾ ਤੇ ਮੈਨੂੰ ਉਹਦੀ ਆਵਾਜ਼ ਨਹੀਂ ਆ ਰਹੀ, ਤੇ ਮੈਂ ਕੀ ਕਹਾਂਗਾ? ਮੈਂ ਕਹਾਂਗਾ ਯੂਅਰ ਵਾਇਸ ਇਜ਼ ਇਨਆਡੀਬਲ, ਵੀ ਮੈਂ ਤੇਰੀ ਆਵਾਜ਼ ਸੁਣ ਨਹੀਂ ਪਾ ਰਿਹਾ। ਇਨਆਡੀਬਲ ਮਤਲਬ ਕਿ ਜੇ ਏ ਤੋਂ ਪਹਿਲੇ ਮੈਂ ਆਈ ਐਨ ਲਗਾ ਦੇਵਾਂ ਤੇ ਆਡੀਬਲ ਦਾ ਵਿਰੋਧੀ ਸ਼ਬਦ ਬਣ ਜਾਏਗਾ ਇਨਆਡੀਬਲ, ਜਿਹੜੀ ਸੁਣੇ ਨਾ। ਠੀਕ ਹੈ, ਵੀ ਦੂਰ ਹੈ ਜਾਂ ਮੱਧਮ ਹੈ ਬੜੀ, ਹੈ ਜਾਂ ਕਲੀਅਰ ਨਹੀਂ ਹੈਗੀ, ਤੇ ਮੈਂ ਕਹਾਂਗਾ ਯੂਅਰ ਵਾਇਸ ਇਜ਼ ਇਨਆਡੀਬਲ, ਤੇ ਆਡੀਬਲ ਜਿਹੜੀ ਸੁਣੀ ਜਾ ਸਕੇ। ਸੋ ਮੈਂ ਤਾਂ ਕੀ ਹੋਣਾ? ਦੀ ਚਰਪਿੰਗਸ ਹੁੰਦੀ ਵਿੱਚ ਚਹਿਚਹਾਹਟ ਆਫ ਦੀ ਸਪੈਰੋਜ਼, ਚਿੜੀਆਂ ਦੀ ਚਹਿਚਹਾਹਟ ਵਰ ਆਡੀਬਲ, ਚਿੜੀਆਂ ਦਾ ਚਹਿਕਣਾ ਮੇਰੇ ਕੰਨਾਂ 'ਚ ਪਿਆ, ਮੈਨੂੰ ਸੁਣ ਰਿਹਾ ਸੀ। ਐਂਡ ਆਈ ਵੋਕ ਅਪ, ਅਤੇ ਮੇਰੀ ਨੀਂਦ ਖੁੱਲ ਗਈ, ਮੈਂ ਉੱਠ ਗਿਆ, ਚਿੜੀਆਂ ਦੇ ਚਹਿਕਣੇ ਦੇ ਨਾਲ, ਸੁਣਨ ਦੇ ਨਾਲ ਮੈਂ ਉੱਠ ਗਿਆ। ਤੇ ਬੱਚਿਓ ਕੈਲੀਗ੍ਰਾਫੀ ਹੁੰਦੀ ਹੈ ਬੱਚਿਓ ਸੁੰਦਰ ਲਿਖਾਈ ਦੀ ਕਲਾ। ਕਈ ਬੰਦੇ ਬੜੇ ਡਿਜ਼ਾਈਨ ਬਣਾ ਕੇ ਚੀਜ਼ਾਂ ਲਿਖਦੇ ਨੇ, ਇਹਨੂੰ ਅਸੀਂ ਸੁਲੇਖਕਾਰੀ ਵੀ ਕਹਿ ਦਿੰਦੇ ਹਾਂ। ਠੀਕ ਹੈ, ਵੀ ਇੱਕ ਤੇ ਆਮ ਅਸੀਂ ਸਧਾਰਨ ਲਿਖਦੇ ਹਾਂ, ਤੇ ਕਈ ਉਹਦਾ ਡਿਜ਼ਾਈਨ ਬਣਾ ਕੇ ਸ਼ੌਕੀਆ ਤੌਰ ਤੇ ਲਿਖਦੇ ਨੇ। ਸੋ ਇਹਦਾ ਮੈਂ ਬਣਾਤਾ ਬੜਾ, ਹੀ ਇਜ਼ ਐਨ ਐਕਸਪਰਟ ਉਹਨੇ ਮਾਹਰ, ਇਨ ਪੰਜਾਬੀ ਕੈਲੀਗ੍ਰਾਫੀ, ਉਹ ਪੰਜਾਬੀ ਸੁਲੇਖਕਾਰੀ ਦਾ ਮਾਹਰ ਹੈ, ਉਹ ਪੰਜਾਬੀ ਕੈਲੀਗ੍ਰਾਫੀ ਦਾ ਐਕਸਪਰਟ ਹੈ। ਸੋ ਇੱਦਾਂ ਪਿਆਰੇ ਵਿਦਿਆਰਥੀਓ, ਮੈਂ ਤੁਹਾਡੇ ਲਈ 20 ਦੇ 20 ਸ਼ਬਦਾਂ ਦੇ ਤੁਹਾਨੂੰ ਅਰਥ ਵੀ ਦੱਸ ਦਿੱਤੇ, ਪੰਜਾਬੀ 'ਚ ਬੋਲ ਕੇ ਵੀ ਦੱਸ ਦਿੱਤੇ,
ਤੇ ਨਾਲ ਇਹਨਾਂ ਦੇ ਸੈਂਟੈਂਸਿਸ ਵੀ ਬਣਾ ਦਿੱਤੇ। ਉਹਨਾਂ ਨੇ 10 ਸ਼ਬਦਾਂ ਦੇ ਸੈਂਟੈਂਸ ਬਣਾਉਣ ਲਈ ਕਿਹਾ ਸੀਗਾ, ਮੈਂ 20 ਦੇ 20 ਬਣਾਤੇ ਤੇ ਉਹ ਜ਼ਿਆਦਾ ਵਧੀਆ ਹੈ। ਤੇ ਤੁਸੀਂ 10 ਤੇ ਕਿਉਂ ਟਿਕਦੇ ਹੋ? ਤੁਸੀਂ 20 ਦੇ 20 ਸ਼ਬਦਾਂ ਦੇ ਅਰਥ ਜਾਣ ਕੇ, ਕੰਠ ਕਰਕੇ ਤੇ ਇਹਨਾਂ ਦੇ ਸੈਂਟੈਂਸਿਸ ਦਾ ਵੀ ਅਭਿਆਸ ਕਰੋ ਤੇ ਫਿਰ ਦੇਖੋ ਤੁਹਾਡਾ ਅੰਗਰੇਜ਼ੀ ਬੋਲੀ ਦੇ ਵਿੱਚ ਆਤਮ ਵਿਸ਼ਵਾਸ ਕਿੰਨਾ ਪੱਕਾ ਹੋ ਜਾਏਗਾ। ਸੋ ਇਸੇ ਤਰ੍ਹਾਂ ਡਟ ਕੇ ਮਿਹਨਤ ਨਾਲ ਬੱਚਿਓ ਤੁਸੀਂ ਆਪਣੀ ਪੜ੍ਹਾਈ ਕਰੀ ਚਲੋ ਤੇ ਖੂਬ ਤਰੱਕੀਆਂ ਮਾਣੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।